ਸਲੇਬਾਜ਼ੀ ਹੈ। ਬਿਹਾਰ ਦੇ ਵਿੱਚ ਹੋਇਆ ਨਿੱਜੀਕਰਨ, ਕੀ ਫਾਇਦਾ ਹੋਇਆ? ਇਹ ਜੇ ਮੈਡੀਕਲ ਨਿੱਜੀਕਰਨ ਤੇ ਕੀ ਫਾਇਦਾ ਹੁੰਦਾ ਪਿਆ? ਇੱਕ ਢਕੋਸਲੇਬਾਜ਼ੀ ਹੈ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ। ਇਹ ਬਿਹਾਰ ਨਹੀਂ, ਇਹ ਪੰਜਾਬ ਹੈ। ਮਰਨੋਂ ਮਰਨ ਜਾ ਕੇ ਆਪਣਾ ਹੱਕ ਨਹੀਂ ਛੱਡਾਂਗੇ। ਦੇਖੋ ਜੀ, 25 ਜਿਹੜੇ ਸੈਂਟਰ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਆ, ਇਹ ਪੂਰੇ ਦੇਸ਼ ਦੇ ਵਿਰੋਧੀ ਆ। ਇਹਦੇ ਨਾਲ ਆੜ੍ਹਤੀਆ, ਕਿਸਾਨ, ਮਜ਼ਦੂਰ, ਦੁਕਾਨਦਾਰ, ਹਰ ਬੰਦਾ ਮਰੂਗਾ। ਇਹੋ ਹੀ ਅਸੀਂ ਆਪਣੀ ਅਪੀਲ ਕਰਨ ਦੇ ਆ ਕਿ ਦੁਕਾਨਦਾਰਾਂ ਨੂੰ ਵੀ ਜੇ ਕਿਸਾਨ ਮਰਦਾ, ਆੜ੍ਹਤੀਆ ਮਰਦਾ ਤੇ ਤੁਸੀਂ ਪਹਿਲਾਂ ਮਰਨਾ ਜੇ। ਆਉਣ ਵਾਲੇ ਸਮੇਂ ਦੇ ਅਸੀਂ ਰੁਜ਼ਗਾਰ ਦੇਵਾਂਗੇ। ਇਹ ਰੁਜ਼ਗਾਰ ਦੇਣ ਦੀ ਬਜਾਏ ਸੈਂਟਰਲ ਗੌਰਮੈਂਟ ਜਿਹੜੇ ਰੁਜ਼ਗਾਰ ਬਣਾ ਕੇ ਬੈਠੇ ਉਹ ਖੋਇਆ ਜਾ ਰਿਹਾ ਵਾ। ਇਹ ਸਾਡੇ ਆੜ੍ਹਤੀਆਂ ਦੇ ਵੀ ਉਲਟ ਆ, ਇਹ ਸਮੁੱਚੀ ਸਾਡੀਆਂ ਲੇਬਰਾਂ ਦੇ ਉਲਟ ਆ, ਇਹ ਸਮੁੱਚੇ ਸਾਡੇ ਮਨੀਮ ਭਾਈਚਾਰੇ ਦੇ ਉਲਟ ਆ। ਇਹ ਕਰਕੇ ਅਸੀਂ ਸੱਚੇ ਮਨੋਂ ਦਿਲੋਂ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਵਾਂਗੇ। ਭਾਰਤ ਦੇ ਵਿੱਚ ਖੇਤੀਬਾੜੀ ਬਿੱਲ 2020 ਨੂੰ ਲੈ ਕੇ ਕਿਸਾਨ ਇੱਕ ਪਾਸੇ ਨੇ, ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਤਾਂ ਕਰ ਰਹੀਆਂ ਨੇ, ਲੇਕਿਨ ਗੱਲ ਕੇਂਦਰ ਦੇ ਵਿੱਚ ਭਾਜਪਾ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਜਪਾ ਕੋਈ ਹੱਥਕੰਡਾ ਇਸ ਵੇਲੇ ਨਹੀਂ ਛੱਡ ਰਹੀ, ਜਿਸ ਦੇ ਵਿੱਚ ਡੈਮੇਜ ਕੰਟਰੋਲ ਹੋ ਰਹੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਏ ਅਤੇ ਆਗਾਮੀ ਬਿਹਾਰ ਚੋਣਾਂ ਨੂੰ ਲੈ ਕੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਿੱਤ ਹਾਸਲ ਕਰਨ ਦੇ ਲਈ ਹੁਣ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੇ ਵੱਲੋਂ 14,000 ਕਰੋੜ ਦਾ ਪੈਕੇਜ ਬਿਹਾਰ ਦੇ ਲਈ ਜਾਰੀ ਕੀਤਾ ਗਿਆ। ਕ੍ਰਿਸ਼ੀ ਬਿੱਲ ਨੂੰ ਲੈ ਕੇ ਦੇਸ਼ ਦੇ ਵਿੱਚ तमाम ਵੱਡੇ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਦੇ ਵਿੱਚ ਇੱਕ ਵੱਡਾ ਇਸ਼ਤਿਹਾਰ ਵੀ ਦਿੱਤਾ ਗਿਆ ਜੋ ਆਮ ਹੀ ਵੇਖਣ ਨੂੰ ਮਿਲ ਰਿਹਾ। ਕੇਂਦਰ ਸਰਕਾਰ ਦੇ ਵੱਲੋਂ ਜਾਰੀ ਇਸ ਇਸ਼ਤਿਹਾਰ ਦੇ ਵਿੱਚ ਫਾਰਮਰਸ ਬਿੱਲ 2020 ਨਾਲ ਜੁੜੇ ਸੱਚ ਅਤੇ ਝੂਠ ਬਾਰੇ ਦੱਸਿਆ ਗਿਆ। ਇਸ਼ਤਿਹਾਰ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਕ੍ਰਿਸ਼ੀ ਬਿੱਲ ਦੇ ਵਿੱਚ MSP ਅਤੇ ਹੋਰ ਮੰਡੀਆਂ ਦੇ ਵਿੱਚ ਜੋ ਸੇਵਾਵਾਂ ਸਰਕਾਰੀ ਨੇ ਉਹ ਖਤਮ ਨਹੀਂ ਕੀਤੀਆਂ ਜਾ ਰਹੀਆਂ, ਜਦ ਕਿ ਕਿਸਾਨਾਂ ਨੂੰ ਸਰਕਾਰ ਇੱਕ ਆਪਸ਼ਨ ਦੇ ਕੇ ਖੁਦ ਹੀ ਆਜ਼ਾਦ ਕਰਨਾ ਚਾਹੁੰਦੀ ਹੈ। ਇੱਕ ਅਜਿਹੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਸੋਮਵਾਰ ਦੇਰ ਸ਼ਾਮ ਕੀਤੀ ਗਈ। ਸਰਕਾਰ ਨੇ 6 ਫਸਲਾਂ ਦੀ MSP ਦੇ ਵਿੱਚ ਵਾਧਾ ਕਰ ਦਿੱਤਾ। ਪਿਛਲੇ 12 ਸਾਲਾਂ ਦੇ ਵਿੱਚ ਰਬੀ ਫਸਲ ਦੇ ਲਈ MSP ਦਾ ਜੋ ਐਲਾਨ ਕੀਤਾ ਜਾਂਦਾ ਸੀ ਉਹ ਸਤੰਬਰ ਦੇ ਮਹੀਨੇ ਤੋਂ ਬਾਅਦ ਹੀ ਕੀਤਾ ਜਾਂਦਾ ਸੀ, ਲੇਕਿਨ ਇਸ ਵਾਰ ਕਿਸਾਨਾਂ ਦੇ ਵੱਧ ਰਹੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਹੋਇਆਂ ਸਰਕਾਰ ਦੇ ਵੱਲੋਂ ਸੰਸਦ ਦੇ ਇਜਲਾਸ ਦੇ ਦੌਰਾਨ ਹੀ ਇਹ ਘੋਸ਼ਣਾ ਕਰ ਦਿੱਤੀ ਗਈ। ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਵੱਲੋਂ UPA ਅਤੇ NDA ਦੇ ਦੌਰਾਨ ਜੋ ਕੰਮਕਾਜ ਕੀਤੇ ਗਏ, MSP ਵਾਲੀਆਂ ਫਸਲਾਂ ਦਾ ਕਿੰਨਾ ਕੁ ਮੁੱਲ ਵਧਿਆ, ਕਿੰਨਾ ਕੁ ਨਹੀਂ, ਉਸ ਦਾ ਇੱਕ ਗ੍ਰਾਫ ਵੀ ਜਾਰੀ ਕੀਤਾ ਅਤੇ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਸਾਂਝੀ ਕੀਤੀ ਗਈ, ਜਿੱਥੇ ਕਿਸਾਨਾਂ ਦੀ ਪਹੁੰਚ ਅੱਧ ਤੋਂ ਵੀ ਘੱਟ ਹੈ। ਇੰਨਾ ਹੀ ਨਹੀਂ, ਮੌਜੂਦਾ ਸਥਿਤੀ ਦੇ ਵਿੱਚ ਕਿਸਾਨਾਂ ਦੇ ਵੱਧ ਰਹੇ ਰੋਹ ਨੂੰ ਵੇਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਮੰਡੀਆਂ ਦੇ ਵਿੱਚੋਂ ਕਿੰਨੀ ਕੁ ਫਸਲ ਖਰੀਦੀ ਅਤੇ UPA ਦੇ ਸਮੇਂ ਦੇ ਵਿੱਚ ਕਿੰਨੀ ਕੁ ਫਸਲ ਖਰੀਦੀ ਜਾਂਦੀ ਰਹੀ ਸੀ, ਉਸ ਦੀ ਗਿਣਤੀ ਕਰਦੇ ਹੋਏ ਵੀ ਆਪਣਾ ਪ੍ਰਤੀਕਰਮ ਮੀਡੀਆ ਦੇ ਸਾਹਮਣੇ ਰੱਖਿਆ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸੇ ਖੇਤੀਬਾੜੀ ਬਿੱਲ ਦੇ ਉੱਤੇ ਸੰਸਦ ਅਤੇ ਹੋਰਨਾਂ ਥਾਵਾਂ ਦੇ ਵਿੱਚ ਆਪਣਾ ਪੱਖ ਰੱਖ ਚੁੱਕੇ ਨੇ। ਐਤਵਾਰ ਨੂੰ ਰਾਜ ਸਭਾ ਦੇ ਵਿੱਚ ਸ਼ੋਰਗੁਲ ਦੇ ਵਿੱਚ ਬਿੱਲ ਤਾਂ ਪਾਸ ਕਰ ਦਿੱਤਾ ਗਿਆ, ਲੇਕਿਨ ਉਸ ਤੋਂ ਤੁਰੰਤ ਬਾਅਦ ਹੀ ਕੇਂਦਰ ਸਰਕਾਰ ਨੇ ਰਾਜਨਾਥ ਸਿੰਘ ਸਣੇ 6 ਹੋਰ ਵੱਡੇ ਦਿੱਗਜ ਆਗੂਆਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਅਤੇ ਕੰਮ ਬਸ ਇੰਨਾ ਹੀ ਸੀ ਕਿ ਬਿਆਨ ਜਾਰੀ ਕਰੋ ਅਤੇ ਭੜਕੇ ਗੁੱਸੇ ਦੇ ਵਿੱਚ ਬੈਠੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ। ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਜ਼ਰੂਰ ਚੁੱਕਿਆ ਜਾਏਗਾ। ਇਸ ਬਿੱਲ ਦੇ ਵਿਰੋਧ ਨੂੰ ਲੈ ਕੇ ਵਿਪਕਸ਼ ਪੂਰੇ ਤਰੀਕੇ ਦੇ ਨਾਲ ਤਿਆਰ ਬਿਹਾਰ ਵਿਧਾਨ ਸਭਾ ਦੇ ਲਈ ਡਟ ਕੇ ਖੜੇਗਾ ਅਤੇ ਗੱਲ ਦਿੱਲੀ ਦੇ ਵਿੱਚ ਸੰਸਦ ਦੀ ਕਰ ਲਿੱਤੀ ਜਾਏ ਤਾਂ ਸੰਸਦ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਰ ਰਾਤ ਤੱਕ ਸੰਸਦ ਧਰਨੇ ਦੇ ਉੱਤੇ ਬੈਠੇ ਰਹੇ। ਕਾਂਗਰਸ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਸੜਕਾਂ ਤੇ ਲਿਜਾਣ ਤੱਕ ਦੀ ਗੱਲ ਕਹਿ ਦਿੱਤੀ ਅਤੇ ਕਈ ਪਾਰਟੀਆਂ ਨੇ ਲਿਖਤੀ ਤੌਰ ਦੇ ਉੱਤੇ ਆਪਣੀ ਗੁਹਾਰ ਰਾਸ਼ਟਰਪਤੀ ਤੱਕ ਵੀ ਪਹੁੰਚਾਈ, ਪਰ ਸਰਕਾਰ ਖੇਤੀਬਾੜੀ ਬਿੱਲ 2020 ਦੀ ਉੱਤੇ ਉਨੀ ਕੀ ਤਗੜੇ ਤਰੀਕੇ ਦੇ ਨਾਲ ਡਟੀ ਨਜ਼ਰ ਆ ਰਹੀ ਹੈ, ਜਿੰਨੇ ਕਿ ਤਗੜੇ ਤਰੀਕੇ ਦੇ ਨਾਲ ਵਿਰੋਧੀ ਅਤੇ ਕਿਸਾਨ ਮੁਜ਼ਾਹਰਾ ਕਰਦੇ ਹੋਏ ਨਜ਼ਰ ਆ ਰਹੇ ਨੇ। ਮੌਜੂਦਾ ਕੇਂਦਰ ਸਰਕਾਰ ਨੂੰ ਇਸ ਪੂਰੇ ਮੁੱਦੇ ਦੇ ਉੱਤੇ ਕਿੰਨਾ ਕੁ ਵੱਡਾ ਝਟਕਾ ਲੱਗਾ ਹੋਵੇਗਾ, ਤੁਹਾਨੂੰ ਇਹ ਵੀ ਦੱਸ ਦਿੰਨੇ ਆ। ਸੱਤਾ ਧਿਰ ਭਾਜਪਾ ਨੇ ਖੇਤੀਬਾੜੀ ਬਿੱਲ 2020 ਦੇ ਮਾਮਲੇ ਤੇ ਆਪਣੇ 23 ਸਾਲ ਪੁਰਾਣੇ ਗੱਠਜੋੜ ਅਕਾਲੀ ਦਲ ਦੇ ਮੰਤਰੀ ਮੰਡਲ ਤੋਂ ਬਾਹਰ ਹੋ ਜਾਣ ਦੇ ਉੱਤੇ ਵੀ ਭਾਜਪਾ ਨੂੰ ਕਿਸੇ ਤਰੀਕੇ ਦਾ ਕੋਈ ਫਰਕ ਨਹੀਂ ਪਿਆ ਅਤੇ ਬਿੱਲ ਦੇ ਉੱਤੇ ਕੇਂਦਰ ਟਸ ਤੋਂ ਮਸ ਤੱਕ ਨਹੀਂ ਹੋਈ। ਇਸ ਪੂਰੇ ਬਿੱਲ ਦੇ ਉੱਤੇ ਕੇਂਦਰ ਸਰਕਾਰ ਨੂੰ ਡੈਮੇਜ ਤਾਂ ਹੋਇਆ ਹੈ, ਪਰ ਸਰਕਾਰ ਉਸ ਨੂੰ ਕੰਟਰੋਲ ਕਰਨ ਦੇ ਲਈ ਵੀ ਪੂਰੇ ਤਰੀਕੇ ਦੇ ਨਾਲ ਜੋਰਾਂ ਸ਼ੋਰਾਂ ਦੇ ਨਾਲ ਜੁੜ ਚੁੱਕੀ ਹੈ।
ਮਾਹਰਾਂ ਦੀ ਮੰਨੀਏ ਤਾਂ ਸਰਕਾਰ ਨੇ ਆਪਣੇ ਹੁਣ ਤੱਕ ਜਿੰਨੇ ਕੰਮਕਾਜ ਗਿਣਾਏ ਨੇ ਉਹ ਸਿਰਫ ਤੇ ਸਿਰਫ ਡੈਮੇਜ ਕੰਟਰੋਲ ਦਾ ਹੀ ਕੰਮ ਕਰ ਰਹੇ ਨੇ। ਜਿਸ ਤਰੀਕੇ ਦੇ ਨਾਲ ਲੈਂਡ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ, ਉਸੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵੀ ਵਾਪਸ ਨਾ ਲੈਣਾ ਪਵੇ, ਇਸ ਕਰਕੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ। ਲੈਂਡ ਬਿੱਲ ਮਾਮਲੇ ਦੇ ਉੱਤੇ ਸੱਤਾ ਧਿਰ ਭਾਜਪਾ ਦੇ ਉੱਤੇ ਵਿਰੋਧੀਆਂ ਦਾ ਭਾਰ ਕਾਫੀ ਜ਼ਿਆਦਾ ਸੀ, ਜਿਸ ਕਰਕੇ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਉਸ ਵੇਲੇ ਕਾਂਗਰਸ ਨੇ ਭਾਜਪਾ ਨੂੰ ਸੂਟ ਬੂਟ ਦੀ ਸਰਕਾਰ ਦਾ ਨਾਅਰਾ ਦਿੱਤਾ ਸੀ, ਜੋ ਇੱਕ ਤਰੀਕੇ ਦੇ ਨਾਲ ਭਾਜਪਾ ਦੇ ਉੱਤੇ ਠੱਪੇ ਵਾਂਗ ਚਿਪਕ ਗਿਆ। ਲੇਕਿਨ ਹੁਣ ਇਸ ਵਾਰ ਅਜਿਹਾ ਨਾ ਹੋਵੇ, ਇਸ ਕਰਕੇ ਭਾਜਪਾ ਆਪਣੀ ਕਮਿਊਨੀਕੇਸ਼ਨ ਗੇਮ ਚੰਗੇ ਤਰੀਕੇ ਦੇ ਨਾਲ ਖੇਡ ਰਹੀ ਹੈ, ਯਾਨੀ ਕਿ ਸੰਵਾਦ ਦੇ ਜ਼ਰੀਏ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਅਤੇ ਭੜਕੇ ਕਿਸਾਨ ਜਾਂ ਕਿਸਾਨ ਆਗੂਆਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਪੰਜਾਬ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣਾ ਇੱਕ ਮਜਬੂਰੀ ਹੀ ਸੀ। ਯੂ ਟਰਨ ਵੀ ਇੱਕ ਮਜਬੂਰੀ ਲੱਗਿਆ ਇਸ ਪੂਰੇ ਮਾਮਲੇ ਦੇ ਉੱਤੇ। ਪਾਰਟੀ ਦੇ ਅੰਦਰ ਫੁੱਟ ਵੀ ਪੈ ਸਕਦੀ ਸੀ, ਲੇਕਿਨ ਉਸ ਨੂੰ ਸੰਭਾਲਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾ ਪੇਚ ਚੰਗੇ ਹੀ ਖੇਡ ਲਏ। ਪਾਰਟੀ ਦੇ ਉੱਤੇ ਸਿਰਫ ਬਾਹਰੀ ਦਬਾਅ ਹੀ ਨਹੀਂ ਸੀ, ਅੰਦਰੂਨੀ ਦਬਾਅ ਵੀ ਸੀ। ਅਕਾਲੀ ਦਲ ਦੇ ਵਫਾਦਾਰ ਵਰਕਰ ਬਲਵਿੰਦਰ ਸਿੰਘ ਭੁੰਦੜ ਦਾ ਸ਼ੁਰੂ ਤੋਂ ਹੀ ਮੰਨਣਾ ਸੀ ਕਿ ਇਹ ਬਿੱਲ ਅਕਾਲੀ ਦਲ ਨੂੰ ਖਤਮ ਕਰ ਦੇਵੇਗਾ। ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੇ ਪਹਿਲਾਂ ਤੋਂ ਹੀ, ਅਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਇਹ ਫੈਸਲਾ ਹੋਰ ਉਹਨਾਂ ਦੇ ਲਈ ਪਰੇਸ਼ਾਨੀਆਂ ਨਾ ਪੈਦਾ ਕਰ ਦੇਵੇ, ਜਿਸ ਕਰਕੇ ਆਰਡੀਨੈਂਸ ਦਾ ਸਮਰਥਨ ਜੇਕਰ ਕੀਤਾ ਗਿਆ ਤਾਂ ਉਸ ਨੂੰ ਵਾਪਸ ਲੈਣਾ ਬੇहद ਜ਼ਰੂਰੀ ਸੀ। ਉਹਨਾਂ ਨੇ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਡਟਣ ਦੀ ਗੱਲ ਕਹੀ। ਪਹਿਲੀਆਂ ਚੋਣਾਂ ਦੇ ਵਿੱਚ ਅਜਿਹਾ ਹੋ ਚੁੱਕਿਆ ਸੀ ਕਿ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕਾਂ ਨੇ ਬੈਰੀਗੇਟਿੰਗ ਕਰ ਦਿੱਤੀ ਕਿ ਸਾਡੇ ਪਿੰਡਾਂ ਦੇ ਵਿੱਚ ਨਾ ਆਓ। ਲੇਕਿਨ ਜੇਕਰ ਇਸ ਮੁੱਦੇ ਦੇ ਉੱਤੇ ਵੀ ਅਜਿਹਾ ਹੋ ਜਾਂਦਾ ਤਾਂ ਅਕਾਲੀ ਦਲ ਜੋ ਠੋਕ ਵਜਾ ਕੇ ਕਹਿੰਦੀ ਹੈ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਉਹਨਾਂ ਤੋਂ ਉਹ ਟੈਗ ਵੀ ਖੁੰਝ ਜਿਆ ਜਾਂਦਾ। ਹੁਣ ਇੱਥੇ ਇਹ ਸਵਾਲ ਆ ਜਾਂਦਾ ਹੈ ਕਿ ਅਸਤੀਫਾ ਤਾਂ ਹੋ ਗਿਆ, ਕਿਸਾਨ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ, ਆਰਡੀਨੈਂਸ ਵੀ ਪਾਸ ਹੋ ਗਿਆ, ਪਰ ਮਾਮਲੇ ਦਾ ਹੱਲ ਹਾਲੇ ਤੱਕ ਨਹੀਂ ਹੋਇਆ। ਮਾਹਰਾਂ ਮੁਤਾਬਕ ਮਸਲੇ ਦਾ ਹੱਲ ਹਲੇ ਵੀ ਨਹੀਂ ਹੋਇਆ। ਇਹ ਮੁਸ਼ਕਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੀ ਹੈ। MSP ਪਹਿਲਾਂ ਵੀ ਨਿੱਜੀ ਹੱਥਾਂ ਦੇ ਵਿੱਚ ਹੁੰਦਾ ਸੀ, ਫਸਲ ਆਉਂਦੀ ਸੀ, ਉਸ ਦੀ ਕੀਮਤ ਡਿੱਗ ਜਾਂਦੀ ਸੀ। ਇਸ ਨੂੰ ਰੋਕਣ ਦੇ ਲਈ ਸੂਬੇ ਦੇ ਦਖਲ ਦੇ ਨਾਲ MSP ਲਿਆਂਦੀ ਗਈ। ਜੇ ਕੀਮਤ ਇਸ ਤੋਂ ਥੱਲੇ ਡਿੱਗਦੀ ਹੈ ਤਾਂ ਸਰਕਾਰ MSP ਤੇ ਖਰੀਦੇਗੀ। ਇਸੇ ਤਰ੍ਹਾਂ ਕਿਸਾਨਾਂ ਨੂੰ ਗਰੰਟੀ ਦੇ ਦਿੱਤੀ ਗਈ ਅਤੇ ਹੁਣ ਗਰੰਟੀ ਖਤਮ ਹੋਣ ਜਾ ਰਹੀ ਹੈ। MSP ਤਾਂ ਮੱਕੀ ਦੀ ਵੀ ਹੈ, ਪਰ ਮੱਕੀ MSP ਤੇ ਨਹੀਂ ਖਰੀਦੀ ਜਾਂਦੀ। ਪੰਜਾਬ ਅਤੇ ਹਰਿਆਣਾ ਦੇ ਵਿੱਚ ਕਣਕ MSP ਤੇ ਹੀ ਖਰੀਦੀ ਜਾਂਦੀ ਹੈ। ਦੋਹਾਂ ਸੂਬਿਆਂ ਦੇ ਵਿੱਚ ਹੀ ਸਿਸਟਮ ਪੂਰੇ ਤਰੀਕੇ ਦੇ ਨਾਲ ਵਿਕਸਿਤ ਹੈ। ਹੁਣ ਪੱਛਮੀ ਯੂਪੀ ਦੇ ਵਿੱਚ ਵੀ ਥੋੜਾ ਜਿਹਾ ਸੰਭਲਣਾ ਸ਼ੁਰੂ ਹੋਇਆ ਸੀ, ਲੇਕਿਨ ਇਸ ਆਰਡੀਨੈਂਸ ਨੇ ਉੱਥੇ ਵੀ ਮਾਰ ਦਿੱਤੀ। ਬਾਕੀ ਕਿਸੇ ਸੂਬੇ ਦੇ ਵਿੱਚ ਕਿਸਾਨਾਂ ਨੂੰ MSP ਨਹੀਂ ਮਿਲਦਾ, ਨਾ ਹੀ ਮੰਡੀ ਸਿਸਟਮ ਹੈ, ਅਤੇ ਇਸੇ ਕਰਕੇ ਕਿਸਾਨ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ। ਕਿਸਾਨਾਂ ਨੂੰ ਜਦੋਂ ਲੱਗਿਆ ਕਿ MSP ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ ਇਹਨਾਂ ਬਿੱਲਾਂ ਤੋਂ ਬਾਅਦ, ਤਾਂ ਕਿਸਾਨਾਂ ਨੇ ਸੜਕਾਂ ਦੇ ਉੱਤੇ ਆਉਣ ਦਾ ਮਨ ਬਣਾ ਲਿੱਤਾ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਮਸਲਾ ਬਾਕੀ ਦੇਸ਼ਾਂ ਦੇ ਕਿਸਾਨਾਂ ਨਾਲੋਂ ਕਾਫੀ ਜ਼ਿਆਦਾ ਵੱਖਰਾ ਹੈ। ਭਾਰਤ ਦੀ ਅਰਥ ਵਿਵਸਥਾ ਨੂੰ ਵੇਖੀਏ ਤਾਂ ਹਾਲਾਤ ਇਹ ਦੱਸਦੇ ਨੇ ਕਿ ਜਿਸ ਵੇਲੇ ਕਰੋਨਾ ਵਾਇਰਸ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ ਸੀ, ਉਸ ਵੇਲੇ ਹਰ ਇੱਕ ਸੈਕਟਰ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਲੇਕਿਨ ਸਿਰਫ ਤੇ ਸਿਰਫ ਇੱਕ ਖੇਤੀਬਾੜੀ ਸੈਕਟਰ ਹੀ ਅਜਿਹਾ ਖਿੱਤਾ ਸੀ ਜਿਸ ਦੇ ਵਿੱਚ ਉਛਾਲ 3.4% ਦਾ ਦਰਜ ਕੀਤਾ ਗਿਆ। ਕਰੋਨਾ ਵਾਇਰਸ ਕਾਰਨ ਦੇਸ਼ ਦੇ ਹਰ ਸੈਕਟਰ ਦਾ ਬੁਰਾ ਹਾਲ ਹੋਇਆ, ਪਰ ਕੇਵਲ ਖੇਤੀਬਾੜੀ ਸੈਕਟਰ ਹੈ ਜਿਸ ਨੇ ਉਮੀਦ ਦਿੱਤੀ ਸੀ। ਖੇਤੀਬਾੜੀ ਸੈਕਟਰ ਦੇ ਵਿੱਚ ਜੋ ਵਾਧਾ ਦਰਜ ਕੀਤਾ ਗਿਆ ਉਹ ਹੈਰਾਨਜਨਕ ਸੀ। ਸਰਕਾਰਾਂ ਨੇ ਸਾਰਾ ਜ਼ੋਰ ਸਨਅਤ ਦੇ ਵਿਕਾਸ ਦੇ ਉੱਤੇ ਲਗਾਇਆ, ਪਰ ਖੇਤੀਬਾੜੀ ਦੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰਕੇ ਅੱਜ ਇਹ ਸਿੱਟੇ ਨਜ਼ਰ ਆ ਰਹੇ ਨੇ। ਜੇਕਰ ਸਰਕਾਰ ਖੇਤੀਬਾੜੀ ਅਤੇ ਕਿਸਾਨਾਂ ਨੂੰ ਸਹਿਯੋਗ ਕਰੇਗੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਪੈਸਾ ਆਵੇਗਾ। ਇਸ ਪੈਸੇ ਦੇ ਨਾਲ ਹੀ ਕਿਸਾਨਾਂ ਅਤੇ ਗਰੀਬਾਂ ਦੀ ਖਰਚ ਕਰਨ ਦੀ ਸਮਰੱਥਾ ਵਧੇਗੀ ਅਤੇ ਅਰਥ ਵਿਵਸਥਾ ਦੇ ਵਿੱਚ ਪੈਸਾ ਵਾਪਸ ਆਵੇਗਾ। ਭਾਰਤ ਦੀ GDP ਤੇਜ਼ੀ ਦੇ ਨਾਲ ਥੱਲੇ ਆਉਂਦੀ ਜਾ ਰਹੀ ਹੈ ਅਤੇ ਲੋਕਡਾਊਨ ਦੇ ਦੌਰਾਨ ਇਕੱਠੇ ਕੀਤੇ ਗਏ ਆંકੜਿਆਂ ਨੂੰ ਪੜਚੋਲ ਕਰਨ ਤੇ ਪਾਇਆ ਗਿਆ ਕਿ ਵੱਡੀਆਂ ਖਾਮੀਆਂ ਨੇ, ਅਤੇ ਇਹੋ ਖਾਮੀਆਂ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਕਿਸਾਨਾਂ ਦੇ ਉੱਤੇ ਵੱਡੀ ਮਾਰ ਬਣ ਕੇ ਸਾਹਮਣੇ ਆ ਰਹੀਆਂ ਨੇ। ਤੁਸੀਂ ਪਿੱਛੇ ਵੇਖਦੇ ਹੋ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਹੈ, ਉਦੋਂ ਵੀ ਬਹੁਤ ਆਪਣੇ ਇੰਡੀਆ ਭਰ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਹੈ।
ਪਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਸਰਕਾਰ ਦਾ ਨੁਕਸਾਨ ਹੀ ਹੋਇਆ, ਕੋਈ ਬੈਨੀਫਿਟ ਨਹੀਂ ਹੋਇਆ। ਹੁਣ ਇਹ 3 ਆਰਡੀਨੈਂਸ ਪਾਸ ਕਰਤੇ ਆ, ਉਹ ਬਿਲਕੁਲ ਕਿਸਾਨ ਮਾਰੂਗਾ। ਜੇ ਤੁਸੀਂ ਗੱਲ ਕਰੀਏ ਆੜਤੀ ਵੀਰਾਂ ਦੀ ਬਣੀ, ਇਹਦੇ ਵਿੱਚ ਆੜਤੀਆਂ ਨੂੰ ਵੀ ਬੜਾ ਰੁਜ਼ਗਾਰ ਆ, ਨਾਲ ਆੜਤੀਆਂ ਦੇ ਨਾਲ ਮੁਨੀਮਾਂ ਨੂੰ ਰੁਜ਼ਗਾਰ ਆ, ਨਾਲ ਲੇਬਰਾਂ ਨੂੰ ਰੁਜ਼ਗਾਰ ਆ। ਉਹਦੇ ਨਾਲ ਕਹਿੰਦੇ ਆ ਵੀ ਅਸੀਂ ਇਹ ਆਉਣ ਵਾਲੇ ਸਮੇਂ ਦੇ ਅਸੀਂ ਰੁਜ਼ਗਾਰ ਦੇਵਾਂਗੇ। ਇਹ ਰੁਜ਼ਗਾਰ ਦੇਣ ਦੀ ਬਜਾਏ ਸੈਂਟਰਲ ਗੌਰਮੈਂਟ ਜਿਹੜੇ ਰੁਜ਼ਗਾਰ ਬਣਾ ਕੇ ਬੈਠੇ ਉਹ ਖੋਇਆ ਜਾ ਰਿਹਾ ਵਾ। ਹੁਣ ਜਿੱਦਾਂ ਇਹਨਾਂ ਨੇ ਕੀਤੀ ਆ ਵੀ ਜਿੱਦਾਂ ਕਿ 6-7 ਕਿੱਲਿਆਂ ਦੇ ਬਿਹਾਰ ਦੇ ਵਿੱਚ ਮਾਲਕ ਆਉਂਦੇ ਆ, ਉਹ ਇੱਕ ਫਸਲ ਲੈ ਸਾਡੀ ਪੰਜਾਬ ਦੇ ਵਿੱਚ ਇੱਕ ਫਸਲ ਹੀ ਲੈਣ ਆਉਂਦੇ ਆ, ਝੋਨਾ ਲਵਾਈ ਤੇ ਝੋਨਾ ਕਟਾਈ। ਜੇ ਝੋਨਾ ਲਵਾਈ ਕਟਾਈ ਸਾਡੇ ਕੋਲ ਕਰਕੇ ਆਪਣੇ ਨਿਆਣੇ ਵੀ ਪਾਲਦੇ ਆ, ਆਪਣੀਆਂ ਪੜ੍ਹਾਈਆਂ ਵੀ ਕਰਦੇ ਆ, ਇੱਥੋਂ ਇੱਕ ਫਸਲ ਦੇ ਉੱਤੇ ਜਾ ਕੇ ਪੰਜਾਬ ਵਾਲਿਆਂ ਕੋਈ ਇੰਨਾ ਪੈਸਾ ਕਮਾ ਕੇ ਜਾਂਦੇ ਆ। ਜੇ ਉਹਨਾਂ ਨੂੰ ਸਹੀ ਮੁੱਲ ਮਿਲਦਾ ਹੋਵੇ, ਉਹਨਾਂ ਦੇ ਵੀ 6-6 7-7 ਕਿੱਲੇ ਜ਼ਮੀਨ ਆ, ਉਹਨਾਂ ਨੂੰ ਕੀ ਲੋੜ ਹੈ ਪੰਜਾਬ 'ਚ ਆ ਕੇ ਲੇਬਰ ਕਰਨ ਦੀ। ਜੇ ਆਰਡੀਨੈਂਸ ਦਾ ਇੰਨਾ ਹੀ ਫਾਇਦਾ ਹੋਵੇ ਜਿੱਦਾਂ MS ਦਾ ਉੱਥੇ ਆ, ਤੇ ਕੀ ਗੱਲ ਹੈ ਜਿਹੜੀਆਂ ਜਿੱਥੇ ਪਹਿਲੀਆਂ ਸਟੇਟਾਂ ਦੇ ਵਿੱਚ ਆ ਉੱਥੇ ਵੀ ਇੰਨੀਆਂ ਮਾੜੀ ਨੀਤੀ ਚੱਲਣ ਦੀਆਂ। ਹੁਣ ਇਹ ਚਾਹੁੰਦੇ ਆ ਵੀ ਪੰਜਾਬ ਜਿਹੜੀ ਸੂਰ ਵੀਰਿਆਂ ਦੀ ਸਿੱਖ ਕੌਮ ਆ, ਇਹ ਦਾਨ ਕਰਦੀ ਆਈ ਹੈ, ਕਿਤੇ ਵੀ ਕਰ ਲਓ। ਭਾਵੇਂ ਜਿੱਦਾਂ ਹੁਣ ਕਰੋਨਾ ਮਾਰੂ ਦੀ ਅਮਰੀਕਾ ਦੇ ਵਿੱਚ ਤੁਸੀਂ ਵੇਖਿਆ ਹੀ ਆ, ਗੁਰਦੁਆਰਿਆਂ ਸਿਰਫ ਸਰਦਾਰਾਂ ਨੇ ਲੰਗਰ ਲਾਏ ਆ, ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਸਾਡੇ ਗੁਰੂ ਨਾਨਕ ਦੇਵ ਜੀ ਲੰਗਰ ਦਾ ਪਰੰਪਰਾ ਸਟਾਰਟ ਕਰਾ ਗਏ ਸੀ। ਇਹ ਪਤਾ ਹੀ ਨਹੀਂ, ਇਹ ਸੈਂਟਰ ਗੌਰਮੈਂਟ ਕਹਿੰਦੀ ਆ ਭਈ ਇਹ ਕਿਸਾਨ ਵੀਰਾਂ ਨੂੰ ਮਾਰ ਦਿੱਤਾ ਜਾਏ। ਪਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ, ਜਿਹੜਾ ਵੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਟਕਰਾਇਆ ਉਹਦਾ ਕੁੱਖ ਨਹੀਂ ਰਿਹਾ। ਤੇ ਇਹੀ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਤੱਕ ਇਹ 3 ਆਰਡੀਨੈਂਸ ਵਾਪਸ ਨਹੀਂ ਲੈ ਲੈਣ ਦੀ ਸੈਂਟਰ ਗੌਰਮੈਂਟ। ਅਸੀਂ ਕਰਤੀਆਂ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ। ਤਣੋ ਮਣੋ ਤੇ ਪੈਸੇ ਦਾ ਵੀ ਸਾਥ ਦਿੱਤਾ ਜਾਏਗਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ, ਜਿਹੜੀਆਂ ਪੰਜਾਬ ਦੀਆਂ 31 ਜਥੇਬੰਦੀਆਂ ਜਿਹੜੀਆਂ ਜੋ ਆਰਡੀਨੈਂਸ ਦੇ ਖਿਲਾਫ ਸੰਘਰਸ਼ ਕਰ ਰਹੀਆਂ ਨਾ, ਇਹ ਜਿਸ ਦਿਨ ਤੋਂ ਸੰਘਰਸ਼ ਕਰ ਰਹੀਆਂ ਅਸੀਂ ਉਸ ਦਿਨ ਤੋਂ ਆੜਤੀ ਵਰਗੇ ਇਹਨਾਂ ਦੇ ਨਾਲ ਆ। ਕਿਉਂਕਿ ਇਹ ਜਿਹੜਾ ਆਰਡੀਨੈਂਸ ਆ ਇਹ ਇਕੱਲਾ ਕਿਸਾਨਾਂ ਦੇ ਉਲਟ ਨਹੀਂ, ਇਹ ਸਾਡੇ ਆੜਤੀਆਂ ਦੇ ਵੀ ਉਲਟ ਆ, ਇਹ ਸਮੁੱਚੀ ਸਾਡੀਆਂ ਲੇਬਰਾਂ ਦੇ ਉਲਟ ਆ, ਇਹ ਸਮੁੱਚੇ ਸਾਡੇ ਮੁਨੀਮ ਭਾਈਚਾਰੇ ਦੇ ਉਲਟ ਆ। ਇਹ ਕਰਕੇ ਅਸੀਂ ਸੱਚੇ ਮਨੋਂ ਦਿਲੋਂ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਵਾਂਗੇ। ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਜੋ ਸਾਡੇ ਵਾਸਤੇ ਕੀ, ਆਪਣੇ ਕਿਸਾਨਾਂ ਵਾਸਤੇ ਕੀ, ਆਪਣੇ ਬੱਚਿਆਂ ਵਾਸਤੇ ਕੀ, ਜੋ ਕੁਝ ਵੀ ਇਹ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਹਾਂ, ਉਹਨਾਂ ਦਾ ਤਕੜੇ ਹੋ ਕੇ ਸਾਥ ਦੇਵਾਂਗੇ। 25 ਤਰੀਕ ਨੂੰ ਸਮੁੱਚੀ ਦਾਣਾ ਮੰਡੀ ਬਟਾਲਾ ਔਰ ਸਾਡੇ 1850 ਜਿਹੜੇ ਮੰਡੀ ਯਾਰਡ ਪੰਜਾਬ ਦੇ ਵਿੱਚ ਹੈਗੇ ਆ ਉਹ ਸਮੁੱਚੇ ਸਾਰੇ ਬੰਦ ਰਹਿਣਗੇ 25 ਤਰੀਕ ਨੂੰ। ਇਹ ਸਾਡੇ ਪੰਜਾਬ ਪ੍ਰੈਜ਼ੀਡੈਂਟ ਜਿਹੜਾ ਉਹ ਦੋਨੋਂ ਸਾਡੀਆਂ ਯੂਨੀਅਨ ਆ, ਰਵਿੰਦਰ ਚੀਮਾ ਜੀ ਔਰ ਜਿਹੜੇ ਸਾਡੇ ਵਿਜੇ ਕਾਲਾ ਜੀ, ਇਹ ਸਮੁੱਚੇ ਸਾਡੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ, ਇਹ ਸਮੁੱਚਾ ਭਾਈਚਾਰਾ ਆਪਾਂ 25 ਤਰੀਕ ਨੂੰ ਸਾਰਾ ਹੀ ਪੰਜਾਬ ਦੀਆਂ ਦਾਣਾ ਮੰਡੀਆਂ ਬੰਦ ਰਹਿਣਗੀਆਂ। ਕਿੱਥੇ ਹੈ ਅਸਲ ਵਿਕਾਸ? ਖਾਲੀ ਖਜ਼ਾਨੇ ਜਾਂ ਸਿਰਫ ਮਜ਼ਾਕ? ਵਾਅਦਿਆਂ ਦੀ ਨਹੀਂ, ਆંકੜਿਆਂ ਦੀ ਕਰਾਂਗੇ ਪੜਚੋਲ। ਗਿਣਤੀ ਅਤੇ ਗਿਆਨ ਦੇ ਨਾਲ ਜਾਣੋ ਅਸਲ ਪੰਜਾਬ। ਪ੍ਰੋਗਰਾਮ ਆਰਥਿਕ ਹਾਲਾਤ। ਇਹ ਗਲਤ ਬਿਆਨਬਾਜ਼ੀ ਹੈ। ਬਿਹਾਰ ਦੇ ਵਿੱਚ ਹੋਇਆ ਨਿੱਜੀਕਰਨ, ਕੀ ਫਾਇਦਾ ਹੋਇਆ? ਇਹ ਜੇ ਮੈਡੀਕਲ ਨਿੱਜੀਕਰਨ ਤੇ ਕੀ ਫਾਇਦਾ ਹੁੰਦਾ ਪਿਆ? ਇੱਕ ਢਕੋਸਲੇਬਾਜ਼ੀ ਹੈ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ। ਇਹ ਬਿਹਾਰ ਨਹੀਂ, ਇਹ ਪੰਜਾਬ ਹੈ। ਮਰਨੋਂ ਮਰਨ ਜਾ ਕੇ ਆਪਣਾ ਹੱਕ ਨਹੀਂ ਛੱਡਾਂਗੇ। ਦੇਖੋ ਜੀ, 25 ਜਿਹੜੇ ਸੈਂਟਰ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਆ, ਇਹ ਪੂਰੇ ਦੇਸ਼ ਦੇ ਵਿਰੋਧੀ ਆ। ਇਹਦੇ ਨਾਲ ਆੜਤੀਆ, ਕਿਸਾਨ, ਮਜ਼ਦੂਰ, ਦੁਕਾਨਦਾਰ ਹਰ ਬੰਦਾ ਮਰੂਗਾ। ਇਹੋ ਹੀ ਅਸੀਂ ਆਪਣੀ ਅਪੀਲ ਕਰਨ ਦੇ ਆ ਕਿ ਦੁਕਾਨਦਾਰਾਂ ਨੂੰ ਵੀ ਜੇ ਕਿਸਾਨ ਮਰਦਾ, ਆੜਤੀਆ ਮਰਦਾ ਤੇ ਤੁਸੀਂ ਪਹਿਲਾਂ ਮਰਨਾ ਜੇ। ਆਉਣ ਵਾਲੇ ਸਮੇਂ ਦੇ ਅਸੀਂ ਰੁਜ਼ਗਾਰ ਦੇਵਾਂਗੇ। ਇਹ ਰੁਜ਼ਗਾਰ ਦੇਣ ਦੀ ਬਜਾਏ ਸੈਂਟਰ ਗੌਰਮੈਂਟ ਜਿਹੜੇ ਰੁਜ਼ਗਾਰ ਬਣਾ ਕੇ ਬੈਠੇ ਉਹ ਖੋਇਆ ਜਾ ਰਿਹਾ ਵਾ। ਇਹ ਸਾਡੇ ਆੜਤੀਆਂ ਦੇ ਵੀ ਉਲਟ ਆ, ਇਹ ਸਮੁੱਚੀ ਸਾਡੀਆਂ ਲੇਬਰਾਂ ਦੇ ਉਲਟ ਆ, ਇਹ ਸਮੁੱਚੇ ਸਾਡੇ ਮੁਨੀਮ ਭਾਈਚਾਰੇ ਦੇ ਉਲਟ ਆ। ਇਹ ਕਰਕੇ ਅਸੀਂ ਸੱਚੇ ਮਨੋਂ ਦਿਲੋਂ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਵਾਂਗੇ। ਭਾਰਤ ਦੇ ਵਿੱਚ ਖੇਤੀਬਾੜੀ ਬਿੱਲ 2020 ਨੂੰ ਲੈ ਕੇ ਕਿਸਾਨ ਇੱਕ ਪਾਸੇ ਨੇ, ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਦਾਅਵਾ ਤਾਂ ਕਰ ਰਹੀਆਂ ਨੇ, ਲੇਕਿਨ ਗੱਲ ਕੇਂਦਰ ਦੇ ਵਿੱਚ ਭਾਜਪਾ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਜਪਾ ਕੋਈ ਹੱਥਕੰਡਾ ਇਸ ਵੇਲੇ ਨਹੀਂ ਛੱਡ ਰਹੀ, ਜਿਸ ਦੇ ਵਿੱਚ ਡੈਮੇਜ ਕੰਟਰੋਲ ਹੋ ਰਹੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਏ ਅਤੇ ਆਗਾਮੀ ਬਿਹਾਰ ਚੋਣਾਂ ਨੂੰ ਲੈ ਕੇ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਜਿੱਤ ਹਾਸਲ ਕਰਨ ਦੇ ਲਈ ਹੁਣ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੇ ਵੱਲੋਂ 14,000 ਕਰੋੜ ਦਾ ਪੈਕੇਜ ਬਿਹਾਰ ਦੇ ਲਈ ਜਾਰੀ ਕੀਤਾ ਗਿਆ। ਕ੍ਰਿਸ਼ੀ ਬਿੱਲ ਨੂੰ ਲੈ ਕੇ ਦੇਸ਼ ਦੇ ਵਿੱਚ तमाम ਵੱਡੇ ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਦੇ ਵਿੱਚ ਇੱਕ ਵੱਡਾ ਇਸ਼ਤਿਹਾਰ ਵੀ ਦਿੱਤਾ ਗਿਆ ਜੋ ਆਮ ਹੀ ਵੇਖਣ ਨੂੰ ਮਿਲ ਰਿਹਾ। ਕੇਂਦਰ ਸਰਕਾਰ ਦੇ ਵੱਲੋਂ
ਜਾਰੀ ਇਸ ਇਸ਼ਤਿਹਾਰ ਦੇ ਵਿੱਚ ਫਾਰਮਰਸ ਬਿੱਲ 2020 ਨਾਲ ਜੁੜੇ ਸੱਚ ਅਤੇ ਝੂਠ ਬਾਰੇ ਦੱਸਿਆ ਗਿਆ। ਇਸ਼ਤਿਹਾਰ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਕ੍ਰਿਸ਼ੀ ਬਿੱਲ ਦੇ ਵਿੱਚ MSP ਅਤੇ ਹੋਰ ਮੰਡੀਆਂ ਦੇ ਵਿੱਚ ਜੋ ਸੇਵਾਵਾਂ ਸਰਕਾਰੀ ਨੇ ਉਹ ਖਤਮ ਨਹੀਂ ਕੀਤੀਆਂ ਜਾ ਰਹੀਆਂ, ਜਦ ਕਿ ਕਿਸਾਨਾਂ ਨੂੰ ਸਰਕਾਰ ਇੱਕ ਆਪਸ਼ਨ ਦੇ ਕੇ ਖੁਦ ਹੀ ਆਜ਼ਾਦ ਕਰਨਾ ਚਾਹੁੰਦੀ ਹੈ। ਇੱਕ ਅਜਿਹੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਸੋਮਵਾਰ ਦੇਰ ਸ਼ਾਮ ਕੀਤੀ ਗਈ। ਸਰਕਾਰ ਨੇ 6 ਫਸਲਾਂ ਦੀ MSP ਦੇ ਵਿੱਚ ਵਾਧਾ ਕਰ ਦਿੱਤਾ। ਪਿਛਲੇ 12 ਸਾਲਾਂ ਦੇ ਵਿੱਚ ਰਬੀ ਫਸਲ ਦੇ ਲਈ MSP ਦਾ ਜੋ ਐਲਾਨ ਕੀਤਾ ਜਾਂਦਾ ਸੀ ਉਹ ਸਤੰਬਰ ਦੇ ਮਹੀਨੇ ਤੋਂ ਬਾਅਦ ਹੀ ਕੀਤਾ ਜਾਂਦਾ ਸੀ, ਲੇਕਿਨ ਇਸ ਵਾਰ ਕਿਸਾਨਾਂ ਦੇ ਵੱਧ ਰਹੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਹੋਇਆਂ ਸਰਕਾਰ ਦੇ ਵੱਲੋਂ ਸੰਸਦ ਦੇ ਇਜਲਾਸ ਦੇ ਦੌਰਾਨ ਹੀ ਇਹ ਘੋਸ਼ਣਾ ਕਰ ਦਿੱਤੀ ਗਈ। ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਵੱਲੋਂ UPA ਅਤੇ NDA ਦੇ ਦੌਰਾਨ ਜੋ ਕੰਮਕਾਜ ਕੀਤੇ ਗਏ, MSP ਵਾਲੀਆਂ ਫਸਲਾਂ ਦਾ ਕਿੰਨਾ ਕੁ ਮੁੱਲ ਵਧਿਆ ਕਿੰਨਾ ਕੁ ਨਹੀਂ, ਉਸ ਦਾ ਇੱਕ ਗ੍ਰਾਫ ਵੀ ਜਾਰੀ ਕੀਤਾ ਅਤੇ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਗਈ, ਜਿੱਥੇ ਕਿਸਾਨਾਂ ਦੀ ਪਹੁੰਚ ਅੱਧ ਤੋਂ ਵੀ ਘੱਟ ਹੈ। ਇੰਨਾ ਹੀ ਨਹੀਂ, ਮੌਜੂਦਾ ਸਥਿਤੀ ਦੇ ਵਿੱਚ ਕਿਸਾਨਾਂ ਦੇ ਵੱਧ ਰਹੇ ਰੋਹ ਨੂੰ ਵੇਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਮੰਡੀਆਂ ਦੇ ਵਿੱਚੋਂ ਕਿੰਨੀ ਕੁ ਫਸਲ ਖਰੀਦੀ ਅਤੇ UPA ਦੇ ਸਮੇਂ ਦੇ ਵਿੱਚ ਕਿੰਨੀ ਕੁ ਫਸਲ ਖਰੀਦੀ ਜਾਂਦੀ ਰਹੀ ਸੀ, ਉਸ ਦੀ ਗਿਣਤੀ ਕਰਦੇ ਹੋਏ ਵੀ ਆਪਣਾ ਪ੍ਰਤੀਕਰਮ ਮੀਡੀਆ ਦੇ ਸਾਹਮਣੇ ਰੱਖਿਆ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸੇ ਖੇਤੀਬਾੜੀ ਬਿੱਲ ਦੇ ਉੱਤੇ ਸੰਸਦ ਅਤੇ ਹੋਰਨਾਂ ਥਾਵਾਂ ਦੇ ਵਿੱਚ ਆਪਣਾ ਪੱਖ ਰੱਖ ਚੁੱਕੇ ਨੇ। ਐਤਵਾਰ ਨੂੰ ਰਾਜ ਸਭਾ ਦੇ ਵਿੱਚ ਸ਼ੋਰਗੁਲ ਦੇ ਵਿੱਚ ਬਿੱਲ ਤਾਂ ਪਾਸ ਕਰ ਦਿੱਤਾ ਗਿਆ, ਲੇਕਿਨ ਉਸ ਤੋਂ ਤੁਰੰਤ ਬਾਅਦ ਹੀ ਕੇਂਦਰ ਸਰਕਾਰ ਨੇ ਰਾਜਨਾਥ ਸਿੰਘ ਸਣੇ 6 ਹੋਰ ਵੱਡੇ ਦਿੱਗਜ ਆਗੂਆਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਅਤੇ ਕੰਮ ਬਸ ਇੰਨਾ ਹੀ ਸੀ ਕਿ ਬਿਆਨ ਜਾਰੀ ਕਰੋ ਅਤੇ ਭੜਕੇ ਗੁੱਸੇ ਦੇ ਵਿੱਚ ਬੈਠੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ। ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਜ਼ਰੂਰ ਚੁੱਕਿਆ ਜਾਏਗਾ। ਇਸ ਬਿੱਲ ਦੇ ਵਿਰੋਧ ਨੂੰ ਲੈ ਕੇ ਵਿਪਕਸ਼ ਪੂਰੇ ਤਰੀਕੇ ਦੇ ਨਾਲ ਤਿਆਰ ਬਿਹਾਰ ਵਿਧਾਨ ਸਭਾ ਦੇ ਲਈ ਡਟ ਕੇ ਖੜੇਗਾ ਅਤੇ ਗੱਲ ਦਿੱਲੀ ਦੇ ਵਿੱਚ ਸੰਸਦ ਦੀ ਕਰ ਲਿੱਤੀ ਜਾਏ ਤਾਂ ਸੰਸਦ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਰ ਰਾਤ ਤੱਕ ਸੰਸਦ ਧਰਨੇ ਦੇ ਉੱਤੇ ਬੈਠੇ ਰਹੇ। ਕਾਂਗਰਸ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਸੜਕਾਂ ਤੇ ਲਿਜਾਣ ਤੱਕ ਦੀ ਗੱਲ ਕਹਿ ਦਿੱਤੀ ਅਤੇ ਕਈ ਪਾਰਟੀਆਂ ਨੇ ਲਿਖਤੀ ਤੌਰ ਦੇ ਉੱਤੇ ਆਪਣੀ ਗੁਹਾਰ ਰਾਸ਼ਟਰਪਤੀ ਤੱਕ ਵੀ ਪਹੁੰਚਾਈ, ਪਰ ਸਰਕਾਰ ਖੇਤੀਬਾੜੀ ਬਿੱਲ 2020 ਦੀ ਉੱਤੇ ਉਨੀ ਕੀ ਤਗੜੇ ਤਰੀਕੇ ਦੇ ਨਾਲ ਡਟੀ ਨਜ਼ਰ ਆ ਰਹੀ ਹੈ, ਜਿੰਨੇ ਕਿ ਤਗੜੇ ਤਰੀਕੇ ਦੇ ਨਾਲ ਵਿਰੋਧੀ ਅਤੇ ਕਿਸਾਨ ਮੁਜ਼ਾਹਰਾ ਕਰਦੇ ਹੋਏ ਨਜ਼ਰ ਆ ਰਹੇ ਨੇ। ਮੌਜੂਦਾ ਕੇਂਦਰ ਸਰਕਾਰ ਨੂੰ ਇਸ ਪੂਰੇ ਮੁੱਦੇ ਦੇ ਉੱਤੇ ਕਿੰਨਾ ਕੁ ਵੱਡਾ ਝਟਕਾ ਲੱਗਾ ਹੋਵੇਗਾ, ਤੁਹਾਨੂੰ ਇਹ ਵੀ ਦੱਸ ਦਿੰਨੇ ਆ। ਸੱਤਾ ਧਿਰ ਭਾਜਪਾ ਨੇ ਖੇਤੀਬਾੜੀ ਬਿੱਲ 2020 ਦੇ ਮਾਮਲੇ ਤੇ ਆਪਣੇ 23 ਸਾਲ ਪੁਰਾਣੇ ਗੱਠਜੋੜ ਅਕਾਲੀ ਦਲ ਦੇ ਮੰਤਰੀ ਮੰਡਲ ਤੋਂ ਬਾਹਰ ਹੋ ਜਾਣ ਦੇ ਉੱਤੇ ਵੀ ਭਾਜਪਾ ਨੂੰ ਕਿਸੇ ਤਰੀਕੇ ਦਾ ਕੋਈ ਫਰਕ ਨਹੀਂ ਪਿਆ ਅਤੇ ਬਿੱਲ ਦੇ ਉੱਤੇ ਕੇਂਦਰ ਟਸ ਤੋਂ ਮਸ ਤੱਕ ਨਹੀਂ ਹੋਈ। ਇਸ ਪੂਰੇ ਬਿੱਲ ਦੇ ਉੱਤੇ ਕੇਂਦਰ ਸਰਕਾਰ ਨੂੰ ਡੈਮੇਜ ਤਾਂ ਹੋਇਆ ਹੈ, ਪਰ ਸਰਕਾਰ ਉਸ ਨੂੰ ਕੰਟਰੋਲ ਕਰਨ ਦੇ ਲਈ ਵੀ ਪੂਰੇ ਤਰੀਕੇ ਦੇ ਨਾਲ ਜੋਰਾਂ ਸ਼ੋਰਾਂ ਦੇ ਨਾਲ ਜੁੜ ਚੁੱਕੀ ਹੈ। ਮਹਾਰਾਂ ਦੀ ਮੰਨੀਏ ਤਾਂ ਸਰਕਾਰ ਨੇ ਆਪਣੇ ਹੁਣ ਤੱਕ ਜਿੰਨੇ ਕੰਮਕਾਜ ਗਿਣਾਏ ਨੇ ਉਹ ਸਿਰਫ ਤੇ ਸਿਰਫ ਡੈਮੇਜ ਕੰਟਰੋਲ ਦਾ ਹੀ ਕੰਮ ਕਰ ਰਹੇ ਨੇ। ਜਿਸ ਤਰੀਕੇ ਦੇ ਨਾਲ ਲੈਂਡ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ, ਉਸੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵੀ ਵਾਪਸ ਨਾ ਲੈਣਾ ਪਵੇ, ਇਸ ਕਰਕੇ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ। ਲੈਂਡ ਬਿੱਲ ਮਾਮਲੇ ਦੇ ਉੱਤੇ ਸੱਤਾ ਧਿਰ ਭਾਜਪਾ ਦੇ ਉੱਤੇ ਵਿਰੋਧੀਆਂ ਦਾ ਭਾਰ ਕਾਫੀ ਜ਼ਿਆਦਾ ਸੀ, ਜਿਸ ਕਰਕੇ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਉਸ ਵੇਲੇ ਕਾਂਗਰਸ ਨੇ ਭਾਜਪਾ ਨੂੰ ਸੂਟ ਬੂਟ ਦੀ ਸਰਕਾਰ ਦਾ ਨਾਅਰਾ ਦਿੱਤਾ ਸੀ, ਜੋ ਇੱਕ ਤਰੀਕੇ ਦੇ ਨਾਲ ਭਾਜਪਾ ਦੇ ਉੱਤੇ ਠੱਪੇ ਵਾਂਗ ਚਿਪਕ ਗਿਆ। ਲੇਕਿਨ ਹੁਣ ਇਸ ਵਾਰ ਅਜਿਹਾ ਨਾ ਹੋਵੇ, ਇਸ ਕਰਕੇ ਭਾਜਪਾ ਆਪਣੀ ਕਮਿਊਨੀਕੇਸ਼ਨ ਗੇਮ ਚੰਗੇ ਤਰੀਕੇ ਦੇ ਨਾਲ ਖੇਡ ਰਹੀ ਹੈ, ਯਾਨੀ ਕਿ ਸੰਵਾਦ ਦੇ ਜ਼ਰੀਏ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਅਤੇ ਭੜਕੇ ਕਿਸਾਨ ਜਾਂ ਕਿਸਾਨ ਆਗੂਆਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਪੰਜਾਬ ਦੀ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣਾ ਇੱਕ ਮਜਬੂਰੀ ਹੀ ਸੀ। U-turn ਵੀ ਇੱਕ ਮਜਬੂਰੀ ਲੱਗਿਆ ਇਸ ਪੂਰੇ ਮਾਮਲੇ ਦੇ ਉੱਤੇ। ਪਾਰਟੀ ਦੇ ਅੰਦਰ ਫੁੱਟ ਵੀ ਪੈ ਸਕਦੀ ਸੀ, ਲੇਕਿਨ ਉਸ ਨੂੰ ਸੰਭਾਲਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾ ਪੇਚ ਚੰਗੇ ਹੀ ਖੇਡ ਲਏ। ਪਾਰਟੀ ਦੇ ਉੱਤੇ ਸਿਰਫ ਬਾਹਰੀ ਦਬਾਅ ਹੀ ਨਹੀਂ ਸੀ, ਅੰਦਰੂਨੀ ਦਬਾਅ ਵੀ ਸੀ। ਅਕਾਲੀ ਦਲ ਦੇ ਵਫਾਦਾਰ ਵਰਕਰ ਬਲਵਿੰਦਰ ਸਿੰਘ ਭੁੰਦੜ ਦਾ ਸ਼ੁਰੂ ਤੋਂ ਹੀ ਮੰਨਣਾ ਸੀ ਕਿ ਇਹ ਬਿੱਲ ਅਕਾਲੀ ਦਲ ਨੂੰ ਖਤਮ ਕਰ ਦੇਵੇਗਾ। ਲੋਕ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੇ ਪਹਿਲਾਂ ਤੋਂ ਹੀ ਅਤੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਇਹ ਫੈਸਲਾ ਹੋਰ ਉਹਨਾਂ ਦੇ ਲਈ ਪਰੇਸ਼ਾਨੀਆਂ ਨਾ ਪੈਦਾ ਕਰ ਦੇਵੇ, ਜਿਸ ਕਰਕੇ ਆਰਡੀਨੈਂਸ ਦਾ ਸਮਰਥਨ ਜੇਕਰ ਕੀਤਾ ਗਿਆ ਤਾਂ ਉਸ ਨੂੰ
ਵਾਪਸ ਲੈਣਾ ਬੇहद ਜ਼ਰੂਰੀ ਸੀ। ਉਹਨਾਂ ਨੇ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਡਟਣ ਦੀ ਗੱਲ ਕਹੀ। ਪਹਿਲੀਆਂ ਚੋਣਾਂ ਦੇ ਵਿੱਚ ਅਜਿਹਾ ਹੋ ਚੁੱਕਿਆ ਸੀ ਕਿ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੋਕਾਂ ਨੇ ਬੈਰੀਗੇਟਿੰਗ ਕਰ ਦਿੱਤੀ ਕਿ ਸਾਡੇ ਪਿੰਡਾਂ ਦੇ ਵਿੱਚ ਨਾ ਆਓ। ਲੇਕਿਨ ਜੇਕਰ ਇਸ ਮੁੱਦੇ ਦੇ ਉੱਤੇ ਵੀ ਅਜਿਹਾ ਹੋ ਜਾਂਦਾ ਤਾਂ ਅਕਾਲੀ ਦਲ ਜੋ ਠੋਕ ਵਜਾ ਕੇ ਕਹਿੰਦੀ ਹੈ ਅਸੀਂ ਕਿਸਾਨਾਂ ਦੀ ਪਾਰਟੀ ਹਾਂ, ਉਹਨਾਂ ਤੋਂ ਉਹ ਟੈਗ ਵੀ ਖੁੰਝ ਜਿਆ ਜਾਂਦਾ। ਹੁਣ ਇੱਥੇ ਇਹ ਸਵਾਲ ਆ ਜਾਂਦਾ ਹੈ ਕਿ ਅਸਤੀਫਾ ਤਾਂ ਹੋ ਗਿਆ, ਕਿਸਾਨ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ, ਆਰਡੀਨੈਂਸ ਵੀ ਪਾਸ ਹੋ ਗਿਆ, ਪਰ ਮਾਮਲੇ ਦਾ ਹੱਲ ਹਾਲੇ ਤੱਕ ਨਹੀਂ ਹੋਇਆ। ਮਾਹਰਾਂ ਮੁਤਾਬਕ ਮਸਲੇ ਦਾ ਹੱਲ ਹਲੇ ਵੀ ਨਹੀਂ ਹੋਇਆ। ਇਹ ਮੁਸ਼ਕਲ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੀ ਹੈ। ਐਮਐਸਪੀ ਪਹਿਲਾਂ ਵੀ ਨਿੱਜੀ ਹੱਥਾਂ ਦੇ ਵਿੱਚ ਹੁੰਦਾ ਸੀ। ਫਸਲ ਆਉਂਦੀ ਸੀ, ਉਸ ਦੀ ਕੀਮਤ ਡਿੱਗ ਜਾਂਦੀ ਸੀ। ਇਸ ਨੂੰ ਰੋਕਣ ਦੇ ਲਈ ਸੂਬੇ ਦੇ ਦਖਲ ਦੇ ਨਾਲ ਐਮਐਸਪੀ ਲਿਆਂਦੀ ਗਈ। ਜੇ ਕੀਮਤ ਇਸ ਤੋਂ ਥੱਲੇ ਡਿੱਗਦੀ ਹੈ ਤਾਂ ਸਰਕਾਰ ਐਮਐਸਪੀ ਤੇ ਖਰੀਦੇਗੀ। ਇਸੇ ਤਰ੍ਹਾਂ ਕਿਸਾਨਾਂ ਨੂੰ ਗਰੰਟੀ ਦੇ ਦਿੱਤੀ ਗਈ ਅਤੇ ਹੁਣ ਗਰੰਟੀ ਖਤਮ ਹੋਣ ਜਾ ਰਹੀ ਹੈ। ਐਮਐਸਪੀ ਤਾਂ ਮੱਕੀ ਦੀ ਵੀ ਹੈ, ਪਰ ਮੱਕੀ ਐਮਐਸਪੀ ਤੇ ਨਹੀਂ ਖਰੀਦੀ ਜਾਂਦੀ। ਪੰਜਾਬ ਅਤੇ ਹਰਿਆਣਾ ਦੇ ਵਿੱਚ ਕਣਕ ਐਮਐਸਪੀ ਤੇ ਹੀ ਖਰੀਦੀ ਜਾਂਦੀ ਹੈ। ਦੋਹਾਂ ਸੂਬਿਆਂ ਦੇ ਵਿੱਚ ਹੀ ਸਿਸਟਮ ਪੂਰੇ ਤਰੀਕੇ ਦੇ ਨਾਲ ਵਿਕਸਿਤ ਹੈ। ਹੁਣ ਪੱਛਮੀ ਯੂਪੀ ਦੇ ਵਿੱਚ ਵੀ ਥੋੜਾ ਜਿਹਾ ਸੰਭਲਣਾ ਸ਼ੁਰੂ ਹੋਇਆ ਸੀ, ਲੇਕਿਨ ਇਸ ਆਰਡੀਨੈਂਸ ਨੇ ਉੱਥੇ ਵੀ ਮਾਰ ਦਿੱਤੀ। ਬਾਕੀ ਕਿਸੇ ਸੂਬੇ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲਦਾ, ਨਾ ਹੀ ਮੰਡੀ ਸਿਸਟਮ ਹੈ ਅਤੇ ਇਸੇ ਕਰਕੇ ਕਿਸਾਨ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ। ਕਿਸਾਨਾਂ ਨੂੰ ਜਦੋਂ ਲੱਗਿਆ ਕਿ ਐਮਐਸਪੀ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ ਇਹਨਾਂ ਬਿੱਲਾਂ ਤੋਂ ਬਾਅਦ, ਤਾਂ ਕਿਸਾਨਾਂ ਨੇ ਸੜਕਾਂ ਦੇ ਉੱਤੇ ਆਉਣ ਦਾ ਮਨ ਬਣਾ ਲਿੱਤਾ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਮਸਲਾ ਬਾਕੀ ਦੇਸ਼ਾਂ ਦੇ ਕਿਸਾਨਾਂ ਨਾਲੋਂ ਕਾਫੀ ਜ਼ਿਆਦਾ ਵੱਖਰਾ ਹੈ। ਭਾਰਤ ਦੀ ਅਰਥ ਵਿਵਸਥਾ ਨੂੰ ਵੇਖੀਏ ਤਾਂ ਹਾਲਾਤ ਇਹ ਦੱਸਦੇ ਨੇ ਕਿ ਜਿਸ ਵੇਲੇ ਕਰੋਨਾ ਵਾਇਰਸ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ ਸੀ, ਉਸ ਵੇਲੇ ਹਰ ਇੱਕ ਸੈਕਟਰ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਲੇਕਿਨ ਸਿਰਫ ਤੇ ਸਿਰਫ ਇੱਕ ਖੇਤੀਬਾੜੀ ਸੈਕਟਰ ਹੀ ਅਜਿਹਾ ਖਿੱਤਾ ਸੀ ਜਿਸ ਦੇ ਵਿੱਚ ਉਛਾਲ 3.4% ਦਾ ਦਰਜ ਕੀਤਾ ਗਿਆ। ਕਰੋਨਾ ਵਾਇਰਸ ਕਾਰਨ ਦੇਸ਼ ਦੇ ਹਰ ਸੈਕਟਰ ਦਾ ਬੁਰਾ ਹਾਲ ਹੋਇਆ, ਪਰ ਕੇਵਲ ਖੇਤੀਬਾੜੀ ਸੈਕਟਰ ਹੈ ਜਿਸ ਨੇ ਉਮੀਦ ਦਿੱਤੀ ਸੀ। ਖੇਤੀਬਾੜੀ ਸੈਕਟਰ ਦੇ ਵਿੱਚ ਜੋ ਵਾਧਾ ਦਰਜ ਕੀਤਾ ਗਿਆ ਉਹ ਹੈਰਾਨਜਨਕ ਸੀ। ਸਰਕਾਰਾਂ ਨੇ ਸਾਰਾ ਜ਼ੋਰ ਸਨਅਤ ਦੇ ਵਿਕਾਸ ਦੇ ਉੱਤੇ ਲਗਾਇਆ, ਪਰ ਖੇਤੀਬਾੜੀ ਦੇ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰਕੇ ਅੱਜ ਇਹ ਸਿੱਟੇ ਨਜ਼ਰ ਆ ਰਹੇ ਨੇ। ਜੇਕਰ ਸਰਕਾਰ ਖੇਤੀਬਾੜੀ ਅਤੇ ਕਿਸਾਨਾਂ ਨੂੰ ਸਹਿਯੋਗ ਕਰੇਗੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਪੈਸਾ ਆਵੇਗਾ। ਇਸ ਪੈਸੇ ਦੇ ਨਾਲ ਹੀ ਕਿਸਾਨਾਂ ਅਤੇ ਗਰੀਬਾਂ ਦੀ ਖਰਚ ਕਰਨ ਦੀ ਸਮਰੱਥਾ ਵਧੇਗੀ ਅਤੇ ਅਰਥ ਵਿਵਸਥਾ ਦੇ ਵਿੱਚ ਪੈਸਾ ਵਾਪਸ ਆਵੇਗਾ। ਭਾਰਤ ਦੀ GDP ਤੇਜ਼ੀ ਦੇ ਨਾਲ ਥੱਲੇ ਆਉਂਦੀ ਜਾ ਰਹੀ ਹੈ ਅਤੇ ਲੋਕਡਾਊਨ ਦੇ ਦੌਰਾਨ ਇਕੱਠੇ ਕੀਤੇ ਗਏ ਆંકੜਿਆਂ ਨੂੰ ਪੜਚੋਲ ਕਰਨ ਤੇ ਪਾਇਆ ਗਿਆ ਕਿ ਵੱਡੀਆਂ ਖਾਮੀਆਂ ਨੇ ਅਤੇ ਇਹੋ ਖਾਮੀਆਂ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਕਿਸਾਨਾਂ ਦੇ ਉੱਤੇ ਵੱਡੀ ਮਾਰ ਬਣ ਕੇ ਸਾਹਮਣੇ ਆ ਰਹੀਆਂ ਨੇ। ਤੁਸੀਂ ਪਿੱਛੇ ਵੇਖਦੇ ਹੋ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਹੈ, ਉਦੋਂ ਵੀ ਬਹੁਤ ਆਪਣੇ ਇੰਡੀਆ ਭਰ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਪਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਦੋਂ ਦੀ ਇਹ ਸਰਕਾਰ ਆਈ ਹੈ, ਇਹ ਸਰਕਾਰ ਦਾ ਨੁਕਸਾਨ ਹੀ ਹੋਇਆ, ਕੋਈ ਬੈਨੀਫਿਟ ਨਹੀਂ ਹੋਇਆ। ਹੁਣ ਇਹ 3 ਆਰਡੀਨੈਂਸ ਪਾਸ ਕਰਤੇ ਆ, ਉਹ ਬਿਲਕੁਲ ਕਿਸਾਨ ਮਾਰੂਗਾ। ਜੇ ਤੁਸੀਂ ਗੱਲ ਕਰੀਏ ਆੜਤੀ ਵੀਰਾਂ ਦੀ ਬਣੀ, ਇਹਦੇ ਵਿੱਚ ਆੜਤੀਆਂ ਨੂੰ ਵੀ ਬੜਾ ਰੁਜ਼ਗਾਰ ਆ, ਨਾਲ ਆੜਤੀਆਂ ਦੇ ਨਾਲ ਮੁਨੀਮਾਂ ਨੂੰ ਰੁਜ਼ਗਾਰ ਆ, ਨਾਲ ਲੇਬਰਾਂ ਨੂੰ ਰੁਜ਼ਗਾਰ ਆ। ਉਹਦੇ ਨਾਲ ਕਹਿੰਦੇ ਆ ਵੀ ਅਸੀਂ ਇਹ ਆਉਣ ਵਾਲੇ ਸਮੇਂ ਦੇ ਅਸੀਂ ਰੁਜ਼ਗਾਰ ਦੇਵਾਂਗੇ। ਇਹ ਰੁਜ਼ਗਾਰ ਦੇਣ ਦੀ ਬਜਾਏ ਸੈਂਟਰਲ ਗੌਰਮੈਂਟ ਜਿਹੜੇ ਰੁਜ਼ਗਾਰ ਬਣਾ ਕੇ ਬੈਠੇ ਉਹ ਖੋਇਆ ਜਾ ਰਿਹਾ ਵਾ। ਹੁਣ ਜਿੱਦਾਂ ਇਹਨਾਂ ਨੇ ਕੀਤੀ ਆ ਵੀ ਜਿੱਦਾਂ ਕਿ 6-7 ਕਿੱਲਿਆਂ ਦੇ ਬਿਹਾਰ ਦੇ ਵਿੱਚ ਮਾਲਕ ਆਉਂਦੇ ਆ, ਉਹ ਇੱਕ ਫਸਲ ਲੈ ਸਾਡੀ ਪੰਜਾਬ ਦੇ ਵਿੱਚ ਇੱਕ ਫਸਲ ਹੀ ਲੈਣ ਆਉਂਦੇ ਆ, ਝੋਨਾ ਲਵਾਈ ਤੇ ਝੋਨਾ ਕਟਾਈ। ਜੇ ਝੋਨਾ ਲਵਾਈ ਕਟਾਈ ਸਾਡੇ ਕੋਲ ਕਰਕੇ ਆਪਣੇ ਨਿਆਣੇ ਵੀ ਪਾਲਦੇ ਆ, ਆਪਣੀਆਂ ਪੜ੍ਹਾਈਆਂ ਵੀ ਕਰਦੇ ਆ, ਇੱਥੋਂ ਇੱਕ ਫਸਲ ਦੇ ਉੱਤੇ ਜਾ ਕੇ ਪੰਜਾਬ ਵਾਲਿਆਂ ਕੋਈ ਇੰਨਾ ਪੈਸਾ ਕਮਾ ਕੇ ਜਾਂਦੇ ਆ। ਜੇ ਉਹਨਾਂ ਨੂੰ ਸਹੀ ਮੁੱਲ ਮਿਲਦਾ ਹੋਵੇ, ਉਹਨਾਂ ਦੇ ਵੀ 6-6 7-7 ਕਿੱਲੇ ਜ਼ਮੀਨ ਆ, ਉਹਨਾਂ ਨੂੰ ਕੀ ਲੋੜ ਆ ਪੰਜਾਬ 'ਚ ਆ ਕੇ ਲੇਬਰ ਕਰਨ ਦੀ। ਜੇ ਆਰਡੀਨੈਂਸ ਦਾ ਇੰਨਾ ਹੀ ਫਾਇਦਾ ਹੋਵੇ ਜਿੱਦਾਂ MS ਦਾ ਉੱਥੇ ਆ, ਤੇ ਕੀ ਗੱਲ ਆ ਜਿਹੜੀਆਂ ਜਿੱਥੇ ਪਹਿਲੀਆਂ ਸਟੇਟਾਂ ਦੇ ਵਿੱਚ ਆ ਉੱਥੇ ਵੀ ਇੰਨੀਆਂ ਮਾੜੀ ਨੀਤੀ ਚੱਲਣ ਦੀਆਂ। ਹੁਣ ਇਹ ਚਾਹੁੰਦੇ ਆ ਵੀ ਪੰਜਾਬ ਜਿਹੜੀ ਸੂਰ ਵੀਰਿਆਂ ਦੀ ਸਿੱਖ ਕੌਮ ਆ, ਇਹ ਦਾਨ ਕਰਦੀ ਆਈ ਹੈ, ਕਿਤੇ ਵੀ ਕਰ ਲਓ। ਭਾਵੇਂ ਜਿੱਦਾਂ ਹੁਣ ਕਰੋਨਾ ਮਾਰੂ ਦੀ ਅਮਰੀਕਾ ਦੇ ਵਿੱਚ ਤੁਸੀਂ ਵੇਖਿਆ ਹੀ ਆ, ਗੁਰਦੁਆਰਿਆਂ ਸਿਰਫ ਸਰਦਾਰਾਂ ਨੇ ਲੰਗਰ ਲਾਏ ਆ, ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਸਾਡੇ ਗੁਰੂ ਨਾਨਕ ਦੇਵ ਜੀ ਲੰਗਰ ਦਾ ਪਰੰਪਰਾ ਸਟਾਰਟ ਕਰਾ ਗਏ ਸੀ। ਇਹ ਪਤਾ ਹੀ ਨਹੀਂ, ਇਹ ਸੈਂਟਰ ਗੌਰਮੈਂਟ ਕਹਿੰਦੀ ਆ ਭਈ ਇਹ ਕਿਸਾਨ ਵੀਰਾਂ ਨੂੰ ਮਾਰ ਦਿੱਤਾ ਜਾਏ। ਪਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ, ਜਿਹੜਾ ਵੀ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਟਕਰਾਇਆ ਉਹਦਾ ਕੁੱਖ ਨਹੀਂ ਰਿਹਾ।
ਤੇ ਇਹੀ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਤੱਕ ਇਹ 3 ਆਰਡੀਐਸ ਵਾਪਸ ਨਹੀਂ ਲੈ ਲੈਂਦੀ ਸੈਂਟਰ ਗਵਰਨਮੈਂਟ। ਅਸੀਂ ਕਰਤੀਆਂ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ। ਤਣੋ ਮਣੋ ਤੇ ਪੈਸੇ ਦਾ ਵੀ ਸਾਥ ਦਿੱਤਾ ਜਾਏਗਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਆ, ਜਿਹੜੀਆਂ ਪੰਜਾਬ ਦੀਆਂ 31 ਜਥੇਬੰਦੀਆਂ ਜਿਹੜੀਆਂ ਜੋ ਆਰਡੀਨੈਂਸ ਦੇ ਖਿਲਾਫ ਸੰਘਰਸ਼ ਕਰ ਰਹੀਆਂ ਨਾ, ਇਹ ਜਿਸ ਦਿਨ ਤੋਂ ਸੰਘਰਸ਼ ਕਰ ਰਹੀਆਂ ਅਸੀਂ ਉਸ ਦਿਨ ਤੋਂ ਆੜਤੀ ਵਰਗੇ ਇਹਨਾਂ ਦੇ ਨਾਲ ਆ। ਕਿਉਂਕਿ ਇਹ ਜਿਹੜਾ ਆਰਡੀਨੈਂਸ ਆ ਇਹ ਇਕੱਲਾ ਕਿਸਾਨਾਂ ਦੇ ਉਲਟ ਨਹੀਂ, ਇਹ ਸਾਡੇ ਆੜਤੀਆਂ ਦੇ ਵੀ ਉਲਟ ਆ, ਇਹ ਸਮੁੱਚੀ ਸਾਡੀਆਂ ਲੇਬਰਾਂ ਦੇ ਉਲਟ ਆ, ਇਹ ਸਮੁੱਚੇ ਸਾਡੇ ਮਨੀਮ ਭਾਈਚਾਰੇ ਦੇ ਉਲਟ ਆ। ਇਹ ਕਰਕੇ ਅਸੀਂ ਸੱਚੇ ਮਨੋਂ ਦਿਲੋਂ ਤਗੜੇ ਹੋ ਕੇ ਇਹਨਾਂ ਦਾ ਸਾਥ ਦੇਵਾਂਗੇ। ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਜੋ ਸਾਡੇ ਵਾਸਤੇ ਕੀ, ਆਪਣੇ ਕਿਸਾਨਾਂ ਵਾਸਤੇ ਕੀ, ਆਪਣੇ ਬੱਚਿਆਂ ਵਾਸਤੇ ਕੀ, ਜੋ ਕੁਝ ਵੀ ਇਹ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਦਾ ਤਕੜੇ ਹੋ ਕੇ ਸਾਥ ਦੇਵਾਂਗੇ। 25 ਤਰੀਕ ਨੂੰ ਸਮੁੱਚੀ ਦਾਣਾ ਮੰਡੀ ਬਟਾਲਾ ਔਰ ਸਾਡੇ 1850 ਜਿਹੜੇ ਮੰਡੀ ਯਾਰਡ ਪੰਜਾਬ ਦੇ ਵਿੱਚ ਹੈਗੇ ਆ ਉਹ ਸਮੁੱਚੇ ਸਾਰੇ ਬੰਦ ਰਹਿਣਗੇ 25 ਤਰੀਕ ਨੂੰ। ਇਹ ਸਾਡੇ ਪੰਜਾਬ ਪ੍ਰੈਜ਼ੀਡੈਂਟ ਜਿਹੜਾ ਉਹ ਦੋਨੋਂ ਸਾਡੀਆਂ ਯੂਨੀਅਨ ਆ, ਰਵਿੰਦਰ ਚੀਮਾ ਜੀ ਔਰ ਜਿਹੜੇ ਸਾਡੇ ਵਿਜੇ ਕਾਲਾ ਜੀ, ਇਹ ਸਮੁੱਚੇ ਸਾਡੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਇਹ ਸਮੁੱਚਾ ਭਾਈਚਾਰਾ ਆਪਾਂ 25 ਤਰੀਕ ਨੂੰ ਸਾਰਾ ਹੀ ਪੰਜਾਬ ਦੀਆਂ ਦਾਣਾ ਮੰਡੀਆਂ ਬੰਦ ਰਹਿਣਗੀਆਂ।